Continuing from our previous lecture, pollination is of two types, self-pollination and cross-pollination. Self-pollination is also of two types, that is autogamy and kinetogamy. Then autogamy is also of two types, homogamy and cleistogamy. Cross-pollination is only of one type, which is xenogamy. ਸੋ ਸੈਲਫ ਪੋਲੀਨੇਸ਼ਨ ਦੇ ਬਾਰੇ ਆਪਾਂ ਸਟੱਡੀ ਕਰਦੇ ਹਾਂ। ਇਹਦੇ ਵਿੱਚ ਫਰਦਰ ਆਪਾਂ ਸਾਰੀਆਂ ਟਾਈਪਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਆਟੋਗੈਮੀ, ਪਹਿਲਾਂ ਆਪਾਂ ਆਟੋਗੈਮੀ ਬਾਰੇ ਪੜ੍ਹਦੇ ਹਾਂ। Autogamy, the anther in the stigma of Chesmogamous flower are brought together by bending or folding in vinca with the style brings the stigma in the contact with ripe others। ਇਹਦੇ ਬਾਰੇ ਤੁਹਾਨੂੰ ਮਤਲਬ ਕਿ ਇੱਥੇ ਡੈਫੀਨੇਸ਼ਨ ਔਖੀ ਦੇ ਰੱਖੀ ਆ, ਤਾਂ ਇਹਦੀ ਡੈਫੀਨੇਸ਼ਨ ਮੈਂ ਤੁਹਾਨੂੰ ਦੱਸਦੀ ਹਾਂ। So it is the transference of pollen grain from anther of flower to stigma of same flower, evidently bisexual। ਮਤਲਬ ਕਿ ਆਪਾਂ ਪੋਲਨ ਗ੍ਰੇਨਸ ਨੂੰ ਟ੍ਰਾਂਸਫਰ ਕਰਨਾ ਹੈ, ਮਤਲਬ ਕਿ ਸੇਮ ਫਲਾਵਰ ਦੇ ਸਟਿਗਮਾ ਦੇ ਉੱਪਰ ਜਿਹੜੇ ਕਿ ਬਾਈਸੈਕਸ਼ੁਅਲ ਹੋਣ, ਜਿਵੇਂ ਕਿ ਆਪਣੇ ਕੋਲ ਹੋ ਗਿਆ ਰਾਈਸ, ਸਵੀਟ, ਇਹਨਾਂ ਦੇ ਪਲਾਂਟ। ਫਿਰ ਆਟੋਗੈਮੀ ਜਿਹੜੀ ਅੱਗੇ ਦੋ ਟਾਈਪਸ ਦੀ ਹੈ, ਹੋਮੋਗੈਮੀ ਅਤੇ ਕਲਿਸਟੋਗੈਮੀ। ਤਾਂ ਹੋਮੋਗੈਮੀ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਐਂਥਰ ਅਤੇ ਸਟਿਗਮਾ ਆਫ ਬਾਈਸੈਕਸ਼ੂਅਲ ਫਲਾਵਰ ਅਟੇਨ ਮੈਚੋਰਿਟੀ ਐਟ ਦਾ ਸੇਮ ਟਾਈਮ, ਜਦੋਂ ਕਿ ਐਂਥਰ ਅਤੇ ਸਟਿਗਮਾ ਫਲਾਵਰ ਦੇ ਸੇਮ ਬਾਈਸੈਕਸ਼ੂਅਲ ਫਲਾਵਰ ਦੇ ਸੇਮ ਟਾਈਮ 'ਤੇ ਮੈਚੋਰ ਹੋ ਜਾਣ ਤਾਂ ਉਹਨੂੰ ਹੋਮੋਗੈਮੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਕਲਿਸਟੋਗੈਮੀ, ਫਲਾਵਰਸ ਆਰ ਇੰਟਰਸੈਕਸ਼ੂਅਲ, they remain close causing self pollination, it occurs late in flowering season in some flowers। ਠੀਕ ਹੈ, ਜਿਵੇਂ ਕਿ ਇਹ ਕਹਿ ਰਹੇ ਆ ਜਿਹੜੇ ਫਲਾਵਰਸ ਨੇ ਉਹ ਇੰਟਰਸੈਕਸ਼ੂਅਲ ਹੁੰਦੇ ਨੇ ਅਤੇ ਉਹ ਕਲੋਜ਼ ਰਹਿੰਦੇ ਨੇ, ਆਪਦੇ ਆਪ ਨੂੰ ਕਲੋਜ਼ ਰੱਖਣੇ ਦੇ ਜਦੋਂ ਸੈਲਫ ਪੋਲੀਨੇਸ਼ਨ ਹੋਵੇ। ਅਤੇ ਇਹ ਸਿਰਫ ਫਲਾਵਰ ਸੀਜ਼ਨ ਦੇ ਵਿੱਚ ਹੀ, ਜਦੋਂ ਫਲਾਵਰਿੰਗ ਦਾ ਸੀਜ਼ਨ ਹੁੰਦਾ ਸਿਰਫ ਉਦੋਂ ਹੀ ਪੋਲੀਨੇਸ਼ਨ ਕਰਦੇ ਨੇ, ਜਦੋਂ ਕਿ ਇਹ ਜਾਂ ਆਪਾਂ ਇੱਦਾਂ ਕਹਿ ਸਕਦੇ ਨੇ ਕਿ ਉਹ ਆਪਣੇ ਜਿਹੜੇ ਮਤਲਬ ਕਿ ਜਿਹੜੇ ਸੈਕਸ ਔਰਗਨ ਨੇ ਉਹਨਾਂ ਨੂੰ ਓਪਨ ਨਹੀਂ ਕਰਦੇ, ਪਰ ਉਹਨਾਂ ਨੂੰ ਸਿਰਫ ਉਦੋਂ ਓਪਨ ਕਰਦੇ ਆ ਜਦੋਂ ਕਿ ਪੋਲਨ ਗ੍ਰੇਨਸ ਉਹਨਾਂ ਦੇ ਉੱਪਰ ਫੋਲ ਹੋ ਜਾਂਦੇ ਆ, ਪੋਲਨ ਗ੍ਰੇਨਸ ਉਹਨਾਂ ਦੇ ਉੱਪਰ ਡਿੱਗ ਜਾਂਦੇ ਨੇ। ਠੀਕ ਹੈ, ਉਸ ਤੋਂ ਨੈਕਸਟ ਗਨੀਟੋਗੈਮੀ। ਗਨੀਟੋਗੈਮੀ ਫਿਰ ਅਗੇਨ ਜਦੋਂ ਕਿ ਟ੍ਰਾਂਸਫਰ ਹੋਵੇ ਪੋਲਨ ਗ੍ਰੇਨ ਦਾ ਵਨ ਫਲਾਵਰ ਟੂ ਦਾ ਸਟਿਗਮਾ ਆਫ ਅਨਦਰ ਫਲਾਵਰ, ਮਤਲਬ ਕਿ ਇੱਕ ਫਲਾਵਰ ਤੋਂ ਦੂਸਰੇ ਫਲਾਵਰ ਦੇ ਸਟਿਗਮਾ ਦੇ ਉੱਪਰ ਜਾਣ, ਪਰ ਜਿਹੜਾ ਉਹ ਫਲਾਵਰ ਹੈ ਉਹ ਸੇਮ ਪਲਾਂਟ ਦੇ ਉੱਪਰ ਹੋਵੇ। ਓਕੇ, ਉਸ ਤੋਂ ਨੈਕਸਟ ਹੋਮੋਗੈਮੀ ਅਤੇ ਕਲਿਸਟੋਗੈਮੀ, ਇਹ ਪਾਰਟ ਨੇ ਆਟੋਗੈਮੀ ਦੇ, ਆਪਾਂ ਨੂੰ ਪਤਾ ਹੈ। ਉਸ ਤੋਂ ਬਾਅਦ ਚੈਸਮੋਗੈਮਸ ਫਲਾਵਰ ਅਤੇ ਕਲਿਸਟੋਗੈਮਸ ਫਲਾਵਰ ਦੇ ਵਿੱਚ ਡਿਫਰੈਂਸ ਦਿੱਤਾ ਹੋਇਆ। ਜਿਹੜਾ ਚੈਸਮੋਗੈਮਸ ਫਲਾਵਰ ਹੈ ਇਹ ਆਪਣੇ ਕੋਲ ਓਪਨ ਰਹਿੰਦਾ ਹੈ, ਵੱਲ ਜਿਹੜਾ ਕਲਿਸਟੋਗੈਮਸ ਫਲਾਵਰ ਹੈ ਆਪਣੇ ਕੋਲ ਕਲੋਜ਼ ਰਹਿੰਦਾ ਹੈ, ਮਤਲਬ ਇਹ ਉਦੋਂ ਹੀ ਓਪਨ ਹੁੰਦਾ ਜਦੋਂ ਕਿ ਪੋਲਨ ਗ੍ਰੇਨ ਇਹਦੇ ਉੱਪਰ ਫਾਲ ਕਰਦੇ ਨੇ। ਸੋ there in the chesmogamous flower there is cross pollination seen in these flower। ਜਦੋਂ ਮਤਲਬ ਕਿ ਜਿਹੜਾ ਚੈਸਮੋਗੈਮਸ ਫਲਾਵਰ ਹੁੰਦਾ ਇਹ ਓਪਨ ਹੁੰਦਾ, ਇਹਦੇ ਵਿੱਚ ਕ੍ਰਾਸ ਪੋਲੀਨੇਸ਼ਨ ਵੀ ਹੋ ਸਕਦੀ ਹੈ। ਠੀਕ ਹੈ, ਅਤੇ ਜਿਹੜਾ ਕਲਿਸਟੋਗੈਮਸ ਫਲਾਵਰ ਹੁੰਦਾ ਇਹਦੇ ਵਿੱਚ ਸਿਰਫ ਸੈਲਫ ਪੋਲੀਨੇਸ਼ਨ ਹੁੰਦੀ ਹੈ ਕਿਉਂਕਿ ਇਹ ਕਲੋਜ਼ ਫਲਾਵਰ ਹੁੰਦਾ ਹੈ। ਠੀਕ ਹੈ, ਤਾਂ ਫਲਾਵਰਸ ਆਰ ਆਫਟਨ ਪ੍ਰੋਮੀਡੈਂਟ ਐਂਡ ਫਲਾਵਰਸ ਆਰ ਡਿਸਟਿੰਕਟੇਬਲ। ਓਕੇ ਜੀ। then next example chesmogamous flower ਦੀ hibiscus and clistogamous flower ਦੀ viola or oxalis। then cross pollination xenogamy, xenogamy ਵੀ ਇਹਨੂੰ ਕਹਿ ਸਕਦੇ ਹਾਂ ਆਪਾਂ, ਐਲੋਗੈਮੀ ਵੀ ਕਹਿ ਸਕਦੇ ਹਾਂ। ਓਕੇ, the pollen grain of one flower is transferred to stigma of another flower। pollen grain of one flower transferred to the stigma of another flower, it brings genetically different type of pollen grains to the stigma। ਜਦੋਂ ਕਿ ਆ ਹੀ ਰਹੇ ਨੇ ਪੋਲਨ ਗ੍ਰੇਨ, ਮਤਲਬ ਕਿ ਇੱਕ ਦੂਜੇ ਦੇ ਉੱਪਰ ਜਾ ਕੇ ਡਿੱਗ ਹੀ ਰਹੇ ਨੇ, ਤਾਂ ਉਹ ਜੈਨੇਟਿਕਲੀ ਡਿਫਰੈਂਟ ਹੀ ਹੋਣਗੇ, ਤਾਂ ਕਰਕੇ ਉਹ ਮਤਲਬ ਉਹ ਜਿਹੜੇ ਫਲਾਵਰ ਹੁੰਦੇ ਆ ਉਹਨਾਂ ਦੇ ਵਿੱਚ ਜੈਨੇਟਿਕਲ ਵੇਰੀਏਸ਼ਨ ਆ ਜਾਂਦੀਆਂ ਨੇ। ਫਿਰ ਪੋਲੀਨੇਟਰਸ ਹੁੰਦੇ ਆ, ਪੋਲੀਨੇਟਰ ਜਿਹੜੇ ਕਿ ਵੈਕਟਰਸ ਹੁੰਦੇ ਆ, ਏਜੰਸੀਜ਼ ਹੁੰਦੀਆਂ ਨੇ ਜਿਹੜੀਆਂ ਕਿ ਪੋਲਨ ਗ੍ਰੇਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਵਿੱਚ ਲੈ ਕੇ ਜਾਂਦੀਆਂ ਨੇ। ਟਾਈਪ ਆਫ ਪੋਲੀਨੇਟਿੰਗ ਏਜੰਟ ਹੁੰਦੇ ਆ ਬਾਇਓਟਿਕ ਐਂਡ ਏਬਾਇਓਟਿਕ। ਏਬਾਇਓਟਿਕ ਜਿਵੇਂ ਕਿ ਹੁੰਦੀ ਆ
ਵਿੰਡ ਤੇ ਵਾਟਰ। ਬਾਇਓਟਿਕ ਹੁੰਦੀ ਹੈ ਜਿਹੜੀ ਕਿ ਐਨੀਮਲ ਦੇ ਦੁਆਰਾ ਹੁੰਦੀ ਹੈ, ਮੈਮਲ, ਰੈਪਟਾਈਲ, ਬਰਡ, ਇਨਸੈਕਟ। ਓਕੇ, ਤਾਂ ਜਿਹੜੇ ਏਬਾਇਓਟਿਕ ਕੰਪੋਨੈਂਟ ਹੁੰਦੇ ਆ, ਏਬਾਇਓਟਿਕ ਦੇ ਵਿੱਚ ਜਿਹੜੀ ਤਾਂ ਵਿੰਡ ਤੇ ਵਾਟਰ ਨਾਲ ਹੁੰਦੀ ਹੈ ਉਹਨਾਂ ਨੂੰ ਏਬਾਇਓਟਿਕ ਕਹਿੰਦੇ ਆ। ਆਪਾਂ ਨੂੰ ਪਤਾ ਲੱਗ ਗਿਆ। ਜਿਹੜੇ ਕਿ ਪੋਲਨ ਗ੍ਰੇਨ ਜਦੋਂ ਟਰਾਂਸਫਰ ਹੋ ਜਾਂਦੇ ਵਿੰਡ ਦੇ ਨਾਲ ਤਾਂ ਉਹਨੂੰ ਅਨੀਮੋਫਾਈਲੀ ਕਹਿੰਦੇ ਆ। ਅਨੀਮੋਫਾਈਲੀ, ਇਹਨੂੰ ਤੁਸੀਂ ਚੰਗੀ ਤਰ੍ਹਾਂ ਇਹਨਾਂ ਦੇ ਨਾਮਾਂ ਨੂੰ ਯਾਦ ਕਰਨਾ ਹੈ, ਠੀਕ ਹੈ। ਅਤੇ ਜਦੋਂ ਪੋਲਨ ਗ੍ਰੇਨਸ ਵਾਟਰ ਦੇ ਨਾਲ ਟਰਾਂਸਫਰ ਹੁੰਦੇ ਆ ਤਾਂ ਉਹਨੂੰ ਆਪਾਂ ਹਾਈਡਰੋਫਾਈਲੀ ਕਿਹਾ ਜਾਂਦਾ। ਫਿਰ ਅਨੀਮੋਫਾਈਲੀ ਅਤੇ ਹਾਈਡਰੋਫਾਈਲੀ ਦੇ ਆਪਣੇ ਕੋਲ ਰਿਕੁਆਇਰਮੈਂਟਸ ਦਿੱਤੀਆਂ ਹੋਈਆਂ ਨੇ। ਜਿਹੜੇ ਪੋਲਨ ਗ੍ਰੇਨਸ ਨੇ ਉਹ ਲਾਈਟ ਵੇਟ ਦੇ ਹੋਣੇ ਚਾਹੀਦੇ ਨੇ ਅਨੀਮੋਫਾਈਲੀ ਦੇ ਵਿੱਚ, ਕਿਉਂਕਿ ਇਹ ਵਿੰਡ ਦੇ ਦੁਆਰਾ ਆ ਰਹੇ ਨੇ, ਠੀਕ ਹੈ ਜੀ। ਲਾਈਟ ਵੇਟ ਹੋਣਗੇ ਤਾਂ ਉਹ ਮਤਲਬ ਫਲਾਈ ਨਾਲ ਆ ਜਾਣਗੇ। ਉਸ ਤੋਂ ਬਾਅਦ ਫਲਾਵਰ ਸ਼ੁੱਡ ਵੀ ਚੈਸਮੋਗੈਮਸ ਫਲਾਵਰ, ਓਪਨ ਫਲਾਵਰ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਪੋਲਨ ਗ੍ਰੇਨ ਸਟਿਕੀ ਨਹੀਂ ਹੋਣੇ ਚਾਹੀਦੇ। ਸਟਿਗਮਾ ਵੀ ਸਟਿਗਮਾ ਜਿਹੜਾ ਉਹ ਸਟਿਕੀ ਹੋਣਾ ਚਾਹੀਦਾ ਹੈ ਤਾਂ ਕਿ ਉਹ ਪੋਲਨ ਗ੍ਰੇਨਸ ਨੂੰ ਆਪਦੀ ਤਰਫ ਅਟਰੈਕਟ ਕਰ ਸਕੇ, ਆਪਦੀ ਤਰਫ ਖਿੱਚ ਸਕੇ। ਦੈਨ ਫਲਾਵਰ ਨੋਟ ਨੀਡ ਟੂ ਬੀ ਅਟਰੈਕਟਿਵ, ਉਹਨੂੰ ਫਲਾਵਰ ਨੂੰ ਅਟਰੈਕਟਿਵ ਹੋਣ ਦੀ ਕੋਈ ਲੋੜ ਨਹੀਂ, ਠੀਕ ਹੈ। ਤਾਂ ਪੋਲਨ ਗ੍ਰੇਨਸ ਨੇ ਜਿਹੜੇ ਉਹ ਲਾਰਜ ਨੰਬਰ ਦੇ ਵਿੱਚ ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ ਹਾਈਡਰੋਫਾਈਲੀ ਹੈ ਜਿਹੜੀ, ਉਹਦੇ ਵਿੱਚ ਨੇ ਜਿਹੜੇ ਪੋਲਨ ਗ੍ਰੇਨਸ ਨੇ ਉਹ ਪਹਿਲਾਂ ਤਾਂ ਲਾਈਟ ਵੇਟ ਹੋਣੇ ਚਾਹੀਦੇ ਨੇ ਵਾਟਰ ਦੇ ਨਾਲ। ਮਤਲਬ ਕਿ ਮੈਂ ਤੁਹਾਨੂੰ ਇੱਦਾਂ ਸਮਝਾਉਂਦੀ ਹਾਂ, ਕੀ ਹੋ ਰਿਹਾ, ਇੱਦਾਂ ਆਪਣੇ ਕੋਲ ਪੋਲਨ ਗ੍ਰੇਨਸ ਨੇ ਜਿਹੜੇ these are our pollen grains। ਇਹ ਵਾਟਰ ਦੀ ਹੈਲਪ ਦੇ ਨਾਲ ਇੱਦਾਂ ਜਾ ਕੇ ਸਟਿਗਮਾ ਦੇ ਉੱਪਰ ਪਹੁੰਚਦੇ ਨੇ, ਸਮਝ ਰਹੇ ਹੋ, ਠੀਕ ਹੈ। ਉਸ ਤੋਂ ਬਾਅਦ ਪੋਲਨ ਫਲਾਵਰ ਸ਼ੁੱਡ ਬੀ ਚੈਸਮੋਗੈਮਸ ਫਲਾਵਰ, ਓਪਨ ਫਲਾਵਰ ਹੋਣਾ ਚਾਹੀਦਾ ਹੈ ਤਾਂ ਹੀ ਪੋਲੀਨੇਸ਼ਨ ਹੋਏਗੀ। ਦੈਨ ਪੋਲਨ ਗ੍ਰੇਨ ਸ਼ੁੱਡ ਬੀ ਇਨ ਲਾਰਜ ਨੰਬਰ, ਜ਼ਿਆਦਾ ਪੋਲਨ ਗ੍ਰੇਨਸ ਹੋਣੇ ਚਾਹੀਦੇ ਨੇ। ਐਂਥਰ ਆ ਜਿਹੜਾ, ਜਿਵੇਂ ਕਿ ਫਲਾਵਰ ਦਾ ਜਿਹੜਾ ਐਂਥਰ ਆ ਉਹ ਵਾਟਰ ਦੀ ਮਤਲਬ ਕਿ ਰੇਂਜ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਮਤਲਬ ਕਿ ਪੋਲਨ ਗ੍ਰੇਨਸ ਨੇ ਉਹ ਆਪ ਤੱਕ ਲਿਆ ਸਕੇ। ਦੈਨ ਸਟਿਗਮਾ ਹੈਵ ਟੂ ਬੀ ਲੌਂਗ ਐਂਡ ਸਟਿੱਕੀ, ਸਟਿਗਮਾ ਲੌਂਗ ਅਤੇ ਸਟਿੱਕੀ ਹੋਣਾ ਚਾਹੀਦਾ। ਬਾਇਓਟਿਕ ਪੋਲੀਨੇਟਿਵ ਜਿਹੜੇ ਏਜੰਟ ਹੁੰਦੇ ਨੇ ਉਹ ਹੁੰਦੇ ਨੇ ਜਦੋਂ ਪੋਲਨ ਗ੍ਰੇਨ ਟਰਾਂਸਫਰ ਹੁੰਦੇ ਨੇ ਐਨੀਮਲ ਦੇ ਦੁਆਰਾ। ਐਨੀਮਲ ਮਤਲਬ ਐਨੀਮਲ ਕਿੱਥੇ ਹੁੰਦੇ ਨੇ, ਜ਼ੂ ਦੇ ਵਿੱਚ ਹੁੰਦੇ ਨੇ, ਇੱਦਾਂ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਤਾਂ ਉਹਨੂੰ ਜ਼ੂਫਾਈਲੀ ਕਹਿੰਦੇ ਆ। ਅਤੇ ਜਦੋਂ ਪੋਲਨ ਗ੍ਰੇਨ ਇਨਸੈਕਟ ਦੇ ਦੁਆਰਾ ਟਰਾਂਸਫਰ ਹੁੰਦੇ ਨੇ ਤਾਂ ਉਹਨੂੰ ਐਂਟੈਮੋਫਾਈਲੀ ਕਹਿੰਦੇ ਆ। ਇਨਸੈਕਟ ਅਤੇ ਐਂਟੈਮੋ, ਇਹਨੂੰ ਤੁਸੀਂ ਇੱਦਾਂ ਯਾਦ ਰੱਖ ਸਕਦੇ ਹੋ। ਅਤੇ ਆਪਣੇ ਕੋਲ ਜ਼ਿਆਦਾ ਇੰਪੋਰਟੈਂਟ ਤਾਂ ਹਾਈਡਰੋਫਾਈਲੀ, ਅਨੀਮੋਫਾਈਲੀ ਅਤੇ ਐਂਟੈਮੋਫਾਈਲੀ ਹੈ, ਇਹ ਜ਼ਿਆਦਾ ਇੰਪੋਰਟੈਂਟ ਨੇ, ਬਾਕੀ ਸਾਰੇ ਨੇ ਖਾਸ ਇੰਪੋਰਟੈਂਟ ਨਹੀਂ। ਅਤੇ ਜਿਹੜੇ ਪੋਲਨ ਗ੍ਰੇਨ ਨੇ ਉਹ ਬੈਟ ਦੇ ਦੁਆਰਾ ਟਰਾਂਸਫਰ ਹੁੰਦੇ ਨੇ ਤਾਂ ਉਹਨੂੰ ਚਰਿਪਟੋਫਾਈਲੀ ਕਹਿੰਦੇ ਆ। ਅਤੇ ਜਿਹੜੇ ਪੋਲਨ ਗ੍ਰੇਨ ਨੇ ਬਰਡਸ ਦੇ ਦੁਆਰਾ ਟਰਾਂਸਫਰ ਹੁੰਦੇ ਨੇ ਉਹਨੂੰ ਅਰਿੰਥੋਫਾਈਲੀ ਕਹਿੰਦੇ ਆ। ਫਿਰ ਰਿਕੁਆਇਰਮੈਂਟਸ ਇਹਨਾਂ ਦੇ ਲਈ ਕੀ ਹੁੰਦੀਆਂ ਨੇ, ਪੋਲਨ ਗ੍ਰੇਨਸ ਅਟਰੈਕਟਿਵ ਹੋਣਾ ਚਾਹੀਦਾ ਹੈ ਤਾਂ ਹੀ ਤਾਂ ਜਿਹੜੇ ਆਪਣੇ ਇਨਸੈਕਟ ਨੇ ਜਾਂ ਕੋਈ ਵੀ ਬਰਡ ਹੈ ਉਹਨਾਂ ਨੂੰ ਪੋਲਨ ਗ੍ਰੇਨ ਨੂੰ ਉਹਨਾਂ ਤੱਕ ਲੈ ਕੇ ਆਊਗਾ, ਠੀਕ ਹੈ। ਉਹ ਅਟਰੈਕਟਿਵ ਹੋਣੇ ਚਾਹੀਦੇ ਨੇ, ਬਰਾਈਟਲੀ ਕਲਰਡ ਹੋਣੇ ਚਾਹੀਦੇ ਨੇ, ਉਹਨਾਂ ਦੇ ਵਿੱਚ ਫਰੇਗਰੈਂਸ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਹੀ ਤਾਂ ਬੀਜ਼ ਉਹਨਾਂ ਦੇ ਕੰਨੀ ਅਟਰੈਕਟ ਹੋਣਗੀਆਂ। ਅਤੇ ਪੋਲਨ ਗ੍ਰੇਨ ਸਟਿਕੀ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਲੈਂਡਿੰਗ ਮਤਲਬ ਕਿ ਫਲਾਵਰ ਕੋਲ ਹੈ ਨਾ ਲੈਂਡਿੰਗ ਪਲੈਟਫਾਰਮ ਹੋਣਾ ਚਾਹੀਦਾ ਹੈ ਉਹਦੇ ਲਈ, ਬਰਡਸ ਦੇ ਲਈ, ਤਾਂ ਕਿ ਉਹ ਉੱਥੇ ਜਾ ਕੇ ਪੋਲਨ ਗ੍ਰੇਨਸ ਨੂੰ ਲੈਡ ਕਰ ਸਕਣ। ਅਤੇ ਪੋਲਨ ਗ੍ਰੇਨਸ ਲਾਈਟ ਵੇਟ ਹੋਣੇ ਚਾਹੀਦੇ ਨੇ, ਲਾਰਜ ਨੰਬਰ ਦੇ ਵਿੱਚ ਹੋਣੇ ਚਾਹੀਦੇ ਨੇ। ਅਤੇ ਜਿਹੜਾ ਬੈਟ ਦਾ ਕੇਸ ਹੈ, ਮਤਲਬ ਜੇ ਆਪਾਂ ਕਹੀਏ ਵੀ ਪੋਲੀਨੇਸ਼ਨ ਬੈਟਸ ਦੇ ਦੁਆਰਾ ਹੋ ਰਹੀ ਆ ਤਾਂ ਜਿਹੜੇ ਫਲਾਵਰ ਨੇ ਉਹ ਰਾਤ ਨੂੰ ਮਤਲਬ ਕਿ ਰਾਤ ਨੂੰ ਆਪਾਂ ਨੂੰ ਦਿਖਦੇ ਹੋਣੇ ਚਾਹੀਦੇ ਨੇ, ਬਲੂਮਿੰਗ ਕਰਦੇ ਹੋਣੇ ਚਾਹੀਦੇ ਨੇ, ਤਾਂ ਕਰਕੇ ਜਿਹੜਾ ਬੈਟ ਆ ਉਹਨਾਂ ਦੇ ਕੰਨੀ ਅਟਰੈਕਟ ਹੋਏਗਾ। ਉਸ ਤੋਂ ਬਾਅਦ ਪੋਲਨ ਬੈਡ, ਦਾ ਲੇਅਰ ਆਫ ਪੋਲਨ ਗ੍ਰੇਨ ਵਿਚ ਮੇਕ ਇਟ ਸਟਿਕੀ is called pollen bed. The layer on pollen grain which make it sticky is called pollen bed. ਉਸ ਤੋਂ ਬਾਅਦ prepotency, the pollen grains of anther flower germinate more rapidly over stigma than pollen grain of same flower. ਇਹ ਕੀ ਕਹਿ ਰਹੇ ਆ, ਅਨਦਰ ਫਲਾਵਰ ਉੱਤੇ, ਓਕੇ। ਜਿਹੜੇ ਪੋਲਨ ਗ੍ਰੇਨ ਨੇ ਮਤਲਬ ਜੇ ਉਹ ਕਿਸੇ ਹੋਰ ਫਲਾਵਰ ਦੇ ਹੋਣ ਤਾਂ ਉਹ ਜਦੋਂ ਸਟਿਗਮਾ ਦੇ ਕਿਸੇ ਹੋਰ ਫਲਾਵਰ 'ਤੇ ਜਾ ਕੇ ਡਿੱਗਦੇ ਨੇ ਤਾਂ ਉਹ ਆਪਦੇ ਆਪ ਨੂੰ ਜ਼ਿਆਦਾ ਜਲਦੀ ਮਤਲਬ ਜਰਮੀਨੇਟ ਕਰ ਦਿੰਦੇ ਨੇ ਇਨ ਦਾ ਕੇਸ ਆਫ ਸੇਮ ਫਲਾਵਰ,
ਉਸ ਤੋਂ ਨੈਕਸਟ ਪੋਲਨ ਪਿਸਟਲ ਹੈ ਅਟਰੈਕਸ਼ਨ, ਉਹੀ ਪੋਲਨ ਅਤੇ ਪਿਸਟਲ ਦੇ ਵਿੱਚ ਜੋ ਅਟਰੈਕਸ਼ਨ ਹੁੰਦੀ ਆ ਉਹਦੇ ਨਾਲ ਹੀ ਆਪਣੇ ਕੋਲ ਪੋਲੀਨੇਸ਼ਨ ਹੁੰਦੀ ਹੈ। ਇਟ ਇਨਵੋਲਵਸ ਦਾ ਇਵੈਂਟਸ ਫਰੋਮ deposition of pollen on stigma till the entry of pollen tube into ovule। ਠੀਕ ਹੈ, ਪੋਲਨ ਅਤੇ ਪਿਸਟਨ ਦੇ ਵਿੱਚ ਜੋ ਵੀ ਇੰਟਰੈਕਸ਼ਨ ਹੁੰਦੀ ਆ ਉਹਨੂੰ ਪੋਲਨ ਪਿਸਟਲ ਇੰਟਰੈਕਸ਼ਨ ਕਿਹਾ ਜਾਂਦਾ ਹੈ। ਫਿਰ ਰਿਕੋਗਨੀਸ਼ਨ ਆਫ ਕੰਪੈਟੀਬਲ ਪੋਲਨ, ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਪੋਲਨ ਗ੍ਰੇਨ ਕੰਪੈਟੀਬਲ ਹੈ। ਠੀਕ ਹੈ, ਤਾਂ the pistil has the ability to recognize and accept the right pollen or reject the incompatible pollen either of same species or of other species। ਇਹਦੇ ਵਿੱਚ ਕੀ ਕਹਿ ਰਹੇ ਨੇ ਕਿ ਜਿਹੜਾ ਪਿਸਟਲ ਹੈ ਉਹਦੇ ਕੋਲ ਅਬਿਲਿਟੀ ਹੁੰਦੀ ਹੈ ਤਾਂ ਕਿ ਉਹ ਯਾਦ ਰੱਖ ਸਕੇ ਕਿ ਕਿਹੜਾ ਪੋਲਨ ਗ੍ਰੇਨ ਅਸੈਪਟ ਕਰਨਾ ਹੈ, ਰਾਈਟ ਹੈ ਜਿਹੜਾ ਉਹਦੇ ਲਈ, ਕਿਹੜਾ ਰਿਜੈਕਟ ਕਰਨਾ ਜਿਹੜਾ ਕਿ ਇਨਕੰਪੈਟੇਬਲ ਹੈ, ਜਿਹਦੇ ਕੋਲ ਕੰਪੈਟੇਬਿਲਿਟੀ ਹੈ ਨਹੀਂ ਗੀ। The ability of pistil to recognize the pollen is the result of continuous dialogue mediated by chemical component of pollen interacting with those of pistil। Okay जी, then after the recognition correct pollen grain land ਕਰਦਾ ਹੈ। ਫਿਰ ਉਹ ਤੋਂ ਬਾਅਦ post pollination events ਹੁੰਦੇ ਨੇ, ਉਹਦੇ ਨਾਲ fertilization ਹੁੰਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਦਿੱਤਾ ਹੈ growth of pollen tube। then the next is growth of pollen tube। Once a pollen tube settles in the compatible pistil, it may germinate in response to sugary fluid secreted by mature stigma. Lipids at the surface of the stigma may also stimulate pollen tube growth. For compatible pollen tube reaches an ovule, it bursts to deliver the two sperms। ਚਲੋ ਤੁਹਾਨੂੰ ਸਿੱਧੀ ਸਿੱਧੀ ਭਾਸ਼ਾ ਦੇ ਵਿੱਚ ਸਮਝਾਉਂਦੀ ਹਾਂ। ਜਦੋਂ ਪੋਲਨ ਟਿਊਬ ਕੋਈ ਵੀ ਮਤਲਬ ਪੋਲਨ ਜਿਹੜਾ ਗ੍ਰੇਨ ਆ ਉਹ ਐਂਟਰ ਕਰ ਗਿਆ ਪਿਸਟਲ ਦੇ ਵਿੱਚ, ਸਟਿਗਮਾ ਦੇ ਵਿੱਚ, ਤਾਂ ਉੱਥੇ ਪੋਲਨ ਟਿਊਬ ਇੱਕ ਗਰੋ ਹੁੰਦੀ, ਉੱਥੇ ਜਿਹੜਾ ਵੀ ਫਲੂਇਡ ਪ੍ਰੈਜੈਂਟ ਹੁੰਦਾ ਨਾ ਉਹਦੇ ਨਾਲ ਪੋਲਨ ਟਿਊਬ ਗਰੋ ਹੁੰਦੀ ਆ ਉਹਦੇ ਵਿੱਚ। ਆਹ ਪੋਲਨ ਟਿਊਬ ਦੇ ਵਿੱਚ ਇੱਥੇ ਆਪਣੇ ਕੋਲ ਮੇਲ ਗਮੀਟਸ ਪ੍ਰੈਜੈਂਟ ਹੁੰਦੇ ਨੇ। ਤਾਂ ਜਿਹੜੀ ਇਹ ਪੋਲਨ ਗ੍ਰੇਨ ਟਿਊਬ ਆ ਉਸ ਤੋਂ ਬਾਅਦ ਜਦੋਂ ਫਰਟੀਲਾਈਜੇਸ਼ਨ ਹੋਣੀ ਹੁੰਦੀ ਆ ਤਾਂ ਇਹ ਜਿਹੜੇ ਆਪਦੇ ਦੋ ਗਮੀਟਸ ਨੇ, ਦੋ ਸਪਰਮ ਨੇ, ਇਹ ਡਿਲੀਵਰ ਕਰ ਦਿੰਦੀ ਆ ਫੀਮੇਲ ਗਮੀਟਸ ਦੇ ਕੋਲ। ਓਕੇ ਜੀ, ਦੈਨ ਨੈਕਸਟ ਹੈ ਆਪਣੇ ਕੋਲ ਆਰਟੀਫਿਸ਼ੀਅਲ ਹਾਈਬ੍ਰਿਡਾਈਜੇਸ਼ਨ। ਇਟ ਇਜ਼ ਦ ਵਨ ਆਫ ਦ ਮੇਜਰ ਅਪਰੋਚ ਆਫ ਕ੍ਰੌਪ ਇੰਪਰੂਵਮੈਂਟ ਪ੍ਰੋਗਰਾਮ। ਤੁਹਾਨੂੰ ਪਤਾ ਹੀ ਹੈ ਕਿ ਹੈ ਨਾ ਇੱਕ ਕ੍ਰੌਪ ਨੂੰ ਜ਼ਿਆਦਾ ਹੋਰ ਵੀ ਜ਼ਿਆਦਾ ਉਹਦੇ ਵਿੱਚ ਕਰੈਕਟਰਿਸਟਿਕ ਲਿਆਉਣ ਦੇ ਲਈ, ਡਿਜ਼ਾਇਰੇਬਲ ਕਰੈਕਟਰ ਲਿਆਉਣ ਦੇ ਲਈ ਉਹਨਾਂ ਨੂੰ ਆਰਟੀਫਿਸ਼ੀਅਲੀ ਬਣਾਇਆ ਜਾਂਦਾ, ਉਹਨੂੰ ਆਰਟੀਫਿਸ਼ੀਅਲ ਹਾਈਬ੍ਰਿਡਾਈਜੇਸ਼ਨ ਕਹਿੰਦੇ। ਇਟ ਇਜ਼ ਦ ਵਨ ਆਫ ਦ ਮੇਜਰ ਅਪਰੋਚ ਆਫ ਕ੍ਰੌਪ ਇੰਪਰੂਵਮੈਂਟ ਪ੍ਰੋਗਰਾਮ। ਠੀਕ ਹੈ, in such crossing one only desired pollen grains are used for pollination and protect stigma is protected from contamination। ਮਤਲਬ ਕਿ ਜਿਹੜੇ ਕਿ ਡਿਜ਼ਾਇਰ ਕਰੈਕਟਰ ਨੇ ਉਹ ਆਪਾਂ ਪਲਾਂਟ ਦੇ ਵਿੱਚ ਲਿਆਉਂਦੇ ਹਾਂ ਤਾਂ ਉਹਦੇ ਲਈ ਸਿਰਫ ਡਿਜ਼ਾਇਰਡ ਪੋਲਨ ਗ੍ਰੇਨਸ ਦੀ ਹੀ ਯੂਜ਼ ਕੀਤੀ ਜਾਂਦੀ ਆ ਅਤੇ ਆਪਾਂ ਉਹਨੂੰ ਕੰਟਾਮੀਨੇਸ਼ਨ ਫਰੀ ਵੀ ਰੱਖਣਾ ਹੁੰਦਾ ਤਾਂ ਕਿ ਉਹਦੇ ਵਿੱਚ ਕੋਈ ਵੀ ਗਲਤ ਪੋਲਨ ਗ੍ਰੇਨ ਨਾ ਚਲਾ ਜਾਵੇ ਜਾਂ ਹੈ ਨਾ ਕੋਈ ਗਲਤ, ਜਿਵੇਂ ਕਿ ਹਿਊਮਨ ਦੇ ਵਿੱਚ ਗਲਤ ਜੀਨਸ ਚਲੇ ਜਾਂਦੇ ਨੇ ਤਾਂ ਉਹਨੂੰ ਕੰਟਾਮੀਨੇਸ਼ਨ ਕਹਿ ਦਿੰਦੇ ਆ। ਉੱਦਾਂ ਹੀ ਜੇ ਫਲਾਵਰ ਦੇ ਵਿੱਚ ਚਲੇ ਜਾਣ ਤਾਂ ਉਹਨੂੰ ਵੀ ਕੰਟਾਮੀਨੇਸ਼ਨ ਕਹਿੰਦੇ। ਇਟ ਇਜ਼ ਅਚੀਵਡ ਬਾਈ following method: emasculation and bagging। emasculation, the anther is removed from the bud। anther ਆ ਜਿਹੜਾ ਉਹਨੂੰ ਬਡ ਤੋਂ ਰਿਮੂਵ ਕਰ ਦਿੱਤਾ ਜਾਂਦਾ। ਬਿਫੋਰ ਇਟ ਡਿਸਾਈਜ਼ ਯੂਜ਼ਿੰਗ ਅ ਪੇਅਰ ਆਫ 4 caps ਇਫ ਦਾ ਫੀਮੇਲ ਪੇਰੈਂਟ ਬੀਅਰਸ ਬਾਈਸੈਕਸ਼ੂਅਲ ਫਲਾਵਰ। ਇਹ ਕੀ ਕਹਿਣਾ ਚਾਹ ਰਹੇ ਆ ਕਿ ਜਿਹੜਾ ਐਂਥਰ ਆ ਉਹ ਪਹਿਲਾਂ ਹੀ ਰਿਮੂਵ ਕਰ ਦਿੱਤਾ ਜਾਂਦਾ ਹੈ ਬਿਫੋਰ, ਜਦੋਂ ਕਿ ਉਹ ਹੈ ਨਾ ਆਪਦੇ ਆਪ ਦੇ 4 ਪਾਰਟਸ ਕਰੇ, ਡਾਈਸਾਈਜ਼ ਹੋਵੇ, 4 caps ਉਹਦੇ ਬਣਨ ਨਾ। ਠੀਕ ਹੈ, ਜੇ ਉਹ ਫੀਮੇਲ, ਜੇ ਉਹ ਬਾਈਸੈਕਸ਼ੂਅਲ ਫਲਾਵਰ ਹੋਏ। ਉਸ ਤੋਂ ਬਾਅਦ ਬੈਗਿੰਗ। ਦਾ ਇਮਾਸਕੂਲੇਟਰ ਫਲਾਵਰ ਇਜ਼ ਕਵਰਡ ਵਿਦ ਬੈਗ। ਮਤਲਬ ਜਿਹੜਾ ਫਲਾਵਰ ਆ ਉਹਦੀ ਇਮਾਸਕੂਲੇਸ਼ਨ ਕੀਤੀ ਗਈ ਹੈ ਉਸ ਤੋਂ ਬਾਅਦ ਉਹਨੂੰ ਇੱਕ ਬੈਗ ਦੇ ਨਾਲ, ਮਤਲਬ ਬੈਗ ਦੇ ਵਿੱਚ ਜਿਹੜਾ ਕਿ ਬਟਰ ਪੇਪਰ ਦਾ ਬਣਿਆ ਹੁੰਦਾ ਉਹਨੂੰ ਉਹਦੇ ਨਾਲ ਉਹਨੂੰ ਕਵਰ ਕੀਤਾ ਜਾਂਦਾ। ਸੋ ਨੋਟ ਅਲਾਊਡ ਦਾ, ਤਾਂ ਕਿ ਉਹਦੇ ਵਿੱਚ ਕੋਈ ਵੀ ਕੰਟਾਮੀਨੇਸ਼ਨ ਨਾ ਆ ਸਕੇ। ਇਫ ਦਾ ਫੀਮੇਲ ਪ੍ਰੈਜੈਂਟ ਇਜ਼ ਯੂਨੀਸੈਕਸ਼ੂਅਲ ਇਮਾਸਕੂਲੇਸ਼ਨ ਇਜ਼ ਨਾਟ ਨੈਸੈਸਰੀ। ਜੇ ਆਪਣੇ ਕੋਲ ਫੀਮੇਲ ਯੂਨੀਸੈਕਸ਼ੂਅਲ ਆ ਤਾਂ ਇਮਾਸਕੂਲੇਸ਼ਨ ਨਹੀਂ ਹੁੰਦੀ। ਦੈਨ ਉਸ ਤੋਂ ਨੈਕਸਟ ਹੈ ਡਬਲ ਫਰਟੀਲਾਈਜੇਸ਼ਨ, ਜਿਹਨੂੰ ਸਾਈਨਗੈਮੀ ਵੀ ਕਿਹਾ ਜਾਂਦਾ। ਮੇਲ ਗੈਮੀਟ ਫਿਊਜ਼ਸ ਵਿਦ ਫੀਮੇਲ ਗੈਮੀਟ ਟੂ ਫੋਰਮ ਦਾ ਜ਼ਾਈਗੋਟ। ਮਤਲਬ ਕਿ ਮੇਲ ਗੈਮੀਟ ਪਲੱਸ ਫੀਮੇਲ ਗੈਮੀਟ ਜ਼ਾਈਗੋਟ। ਉਸ ਤੋਂ ਬਾਅਦ ਟ੍ਰਿਪਲ ਫਿਊਜ਼ਨ। ਸੈਕਿੰਡ ਮੇਲ ਗੈਮੀਟ ਵਿਦ ਗੈਮੀਟ
fuses with the two polar nuclei to form primary endosperm nucleus which is triploid, then it is called triple fusion। मतलब कि ये भी क्वेश्चन एग्जाम च आया मेरे हिसाब नाल कि ਜਿਹੜਾ ਆਪਣੇ ਕੋਲੇ ਸੈਕੰਡ ਮੇਲ ਗਮੀਟ ਆ ਉਹ ਫਿਊਜ਼ ਕਰੇ ਆਪਣੇ ਜਿਹੜੇ ਦੋ ਪੋਲਰ ਨਿਊਕਲੀਆਈ ਨੇ, ਜਿਹੜੇ ਆਪਾਂ ਪੋਲਰ ਨਿਊਕਲੀਆਈ ਪੜ੍ਹੇ ਨੇ, ਤਾਂ ਆਪਣੇ ਕੋਲ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਫਾਰਮ ਹੁੰਦਾ ਜਿਹੜਾ ਕਿ ਆਪਣੇ ਕੋਲ ਟਰਾਈਪਲੋਇਡ ਹੁੰਦਾ ਇੱਕ ਮੇਲ ਗਮੀਟ। ਉਸ ਤੋਂ ਬਾਅਦ ਦੋ ਪੋਲਰ ਨਿਊਕਲੀਆਈ ਦੇ ਨਾਲ ਜੋ ਫਿਊਜ਼ ਕਰੇ ਤਾਂ ਆਪਣੇ ਕੋਲ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਫਾਰਮ ਹੁੰਦਾ ਜਿਹੜਾ ਕਿ ਆਪਣੇ ਕੋਲ 3N ਹੁੰਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਹੈ ਡਬਲ ਫਰਟੀਲਾਈਜੇਸ਼ਨ। ਸੋ since the two type of fusion, synagamy and triple fusion, take place in embryo sac, the phenomena is termed as double fusion। ਜੇ ਆਪਣੇ ਕੋਲ ਦੋਨੇ ਫਿਨੋਮੀਨਾਸ ਇੱਕ ਫਲਾਵਰ ਦੇ ਵਿੱਚ ਹੋਣ ਤਾਂ ਉਹਨੂੰ ਡਬਲ ਫਰਟੀਲਾਈਜੇਸ਼ਨ ਕਿਹਾ ਜਾਂਦਾ। ਦਾ ਪ੍ਰੋਸੈਸ ਵਾਜ਼ ਡੈਮੋਸਟਰੇਟਡ ਫॉर द फर्स्ट टाइम ਬਾਈ ਨਵਾਂਸਿਚ ਇਨ 1898 in ਲੀਹੀਅਮ ਐਂਡ ਫ੍ਰੀਟੀਲੈਸੀਅਮ। ਉਸ ਤੋਂ ਬਾਅਦ ਨੋਟ ਦਿੱਤਾ ਹੋਇਆ ਦਾ ਮੋਸਟ ਇੰਪੋਰਟੈਂਟ ਐਂਡ ਦਾ ਯੂਨੀਕ ਕਰੈਕਟਰਿਸਟਿਕ ਫੀਚਰ ਆਫ ਐਂਜੀਓਸਪਰਮ ਇਜ਼ ਦਾ ਪਾਰਟੀਸਪੇਸ਼ਨ ਆਫ ਬੋਥ ਮੇਲ ਗੇਮੀਟਸ ਇਨ ਦਾ ਐਕਟ ਆਫ ਫਰਟੀਲਾਈਜੇਸ਼ਨ। ਕਿ ਇਹਦਾ ਸਾਰਿਆਂ ਨਾਲੋਂ ਜ਼ਿਆਦਾ ਯੂਨੀਕ ਕਰੈਕਟਰ ਕੀ ਹੈ ਐਂਜੀਓਸਪਰਮ ਦੇ ਵਿੱਚ ਕਿ ਮੇਲ ਗਮੀਟ ਹੈ ਜਿਹੜਾ ਉਹ ਫਰਟੀਲਾਈਜੇਸ਼ਨ ਦੇ ਵਿੱਚ ਦੋਨਾਂ ਦੇ ਵਿੱਚ ਹੀ ਉਹ ਪਾਰਟ ਹੁੰਦਾ ਹੈ। ਉਸ ਤੋਂ ਬਾਅਦ ਨੈਰਿਸ਼ਮੈਂਟ ਆਫ ਜਾਇਗੋਟ ਟੇਕਸ ਨੈਰਿਸ਼ਮੈਂਟ ਫਰੋਮ ਦਾ ਐਂਡੋਸਪਰਮ ਟੂ ਫਾਰਮ ਐम्बारियो। ਐਂਡੋਸਪਰਮ ਇਜ਼ ਦਾ ਟਿਸ਼ੂ ਵਿਚ ਪ੍ਰੋਵਾਈਡ ਨੈਰਿਸ਼ਮੈਂਟ। ਜਿਹੜਾ ਐਂਡੋਸਪਰਮ ਹੁੰਦਾ ਉਹ ਟਿਸ਼ੂ ਹੁੰਦਾ ਹੈ ਤਾਂ ਕਿ ਉਹ ਨੈਰਿਸ਼ਮੈਂਟ ਪ੍ਰੋਵਾਈਡ ਕਰ ਸਕੇ ਜਿਹੜਾ ਕਿ ਗਰੋਇੰਗ ਐम्बारियो ਸੈਕ ਆ, ਠੀਕ ਹੈ। ਉਸ ਤੋਂ ਬਾਅਦ ਆਊਟ ਬਰੀਡਿੰਗ ਡਿਵਾਈਸਿਸ ਟੂ ਪ੍ਰੀਵੈਂਟ ਦਾ ਸੈਲਫ ਫਰਟੀਲਾਈਜੇਸ਼ਨ ਐਂਡ ਪ੍ਰਮੋਟ ਕ੍ਰੋਸ ਪੋਲੀਨੇਸ਼ਨ ਇਜ਼ ਈਵਨ ਸੀਨ ਇਨ ਬਾਈਸੈਕਸ਼ੂਅਲ ਫਲਾਵਰ। ਉਸ ਤੋਂ ਬਾਅਦ ਆ ਛੋਟੇ ਛੋਟੇ ਟਰਮਸ ਨੇ, ਇਹ ਤੁਸੀਂ ਖੁਦ ਰੀਡ ਕਰ ਲਿਓ। ਉਸ ਤੋਂ ਬਾਅਦ ਪੋਸਟ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜੇ ਈਵੈਂਟਸ ਹੁੰਦੇ ਨੇ ਅਤੇ ਸਟਰਕਚਰ ਜਿਹੜੇ ਵੀ ਬਣਦੇ ਨੇ ਉਸ ਦੀ ਬਾਰੇ ਆਪਾਂ ਪੜ੍ਹਦੇ ਹਾਂ। ਸੋ ਇਟ ਟੇਕਸ ਪਲੇਸ ਸੂਨ ਆਫਟਰ ਦਾ ਡਬਲ ਫਰਟੀਲਾਈਜੇਸ਼ਨ। ਡਬਲ ਫਰਟੀਲਾਈਜੇਸ਼ਨ ਤੋਂ ਬਾਅਦ ਟੇਕ ਪਲੇਸ ਕਰਦਾ ਹੈ। It includes development of endosperm and embryo stage, maturation of ovule into seed and ovary into fruit। ਇਹ ਕੀ ਕਹਿ ਰਹੇ ਆ ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਐਂਡੋਸਪਰਮ ਆ ਅਤੇ ਐम्बारियो ਸੈਕ ਆ ਅਤੇ ਓਵਿਊਲ ਨੇ ਉਹ ਮੈਚਿਓਰ ਹੁੰਦੇ ਨੇ, ਦੈਨ ਉਸ ਤੋਂ ਬਾਅਦ ਉਹ ਸੀਡ ਦੇ ਵਿੱਚ ਕਨਵਰਟ ਹੁੰਦੇ ਨੇ। ਓਵਿਊਲ ਆ ਜਿਹੜੇ ਉਹ ਸੀਡ ਦੇ ਵਿੱਚ ਕਨਵਰਟ ਹੁੰਦੇ ਨੇ ਅਤੇ ਜਿਹੜੀ ਓਵਰੀ ਆ ਉਹ ਆਪਣੇ ਕੋਲੇ ਫਰੂਟ ਦੇ ਵਿੱਚ ਕਨਵਰਟ ਹੁੰਦੀ ਹੈ। ਦੈਨ ਡਿਵੈਲਪਮੈਂਟ ਆਫ ਐਂਡੋਸਪਰਮ ਡਿਵੈਲਪਮੈਂਟ ਪ੍ਰੋਸੀਡਸ ਐम्बारियो ਡਿਵੈਲਪਮੈਂਟ। ਜਿਹੜੀ ਐਂਡੋਸਪਰਮ ਦੀ ਡਿਵੈਲਪਮੈਂਟ ਹੁੰਦੀ ਆ ਉਹ ਹੁੰਦੀ ਆ ਐम्बारियो ਡਿਵੈਲਪਮੈਂਟ। The process takes place in the following steps: the primary endosperm cell divides repeatedly to form the triploid endosperm tissue, then the primary endosperm tissue undergoes successive free nuclear division। ਉਹ ਆਪਦੀ ਡਿਵੀਜ਼ਨ ਕਰਦਾ ਤਾਂ ਕਿ ਉਹ ਆਪਣੇ ਕੋਲੇ ਫਰੀ ਨਿਊਕਲੀਆਈ ਫਾਰਮ ਕਰ ਸਕੇ, ਉਹਨੂੰ ਕਹਿੰਦੇ ਆ ਫਰੀ ਨਿਊਕਲੀਆਈ ਐਂਡੋਸਪਰਮ। ਉਸ ਤੋਂ ਬਾਅਦ ਫਰੋਮ ਪੈਰੀਫੈਰੀ ਵਾਲ ਐਂਡੋਸਪਰਮ ਬਿਕਮ ਸੈਲੂਲਰ। ਜਿਹੜੀ ਪੈਰੀਫੈਰੀ ਵਾਲ ਆ ਉਹਦੇ ਨਾਲ ਜਿਹੜੇ ਐਂਡੋਸਪਰਮ ਦੇ ਨੇ ਉਹ ਸੈਲੂਲਰ ਹੋ ਜਾਂਦੇ ਨੇ। ਆਹ ਆਪਣੇ ਕੋਲ ਜਿਹੜਾ ਜਾਇਗੋਟ ਮਤਲਬ ਫਰਟੀਲਾਈਜ਼ ਜਿਹੜਾ ਐम्बारियो ਆ ਇਹ ਦਿਖਾਇਆ ਹੋਇਆ, ਉਹਦੇ ਵਿੱਚ ਉੱਪਰ ਆਪਣੇ ਕੋਲ ਨੇ ਡੀਜਨਰੇਟਡ ਸਾਈਨਰਗੇਟਸ, ਫਿਰ ਆਪਣੇ ਕੋਲ ਨੇ ਪ੍ਰਾਇਮਰੀ ਐਂਡੋਸਪਰਮ ਸੈੱਲ, ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਅਤੇ ਡੀਜਨਰੇਟਿੰਗ ਐਂਟੀਪੋਡਲ ਸੈੱਲਸ। ਓਕੇ ਜੀ। Then the main function of an endosperm is to provide the nutrition to the developing embryo। ਉਸ ਤੋਂ ਬਾਅਦ ਡਿਵੈਲਪਮੈਂਟ ਦਿੱਤੀ ਹੋਈ ਆਪਣੇ ਕੋਲ ਐम्बारियो ਦੀ। ਡਿਵੈਲਪਮੈਂਟ ਆਫ ਜ਼ਾਈਗੋਟ ਗਿਵਸ ਰਾਈਜ਼ ਟੂ ਐम्बारियो that has the potentially to form the complete plant called ਐम्बारियोजेनी। ਓਕੇ ਜੀ। ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ ਕੰਪੈਟੀਬਲ ਹੈ ਜਿਹੜਾ ਕਿ ਉਹਦੇ ਕੋਲ ਪੋਟੈਂਸ਼ੀਅਲ ਹੈਗਾ ਐम्बारियो ਦੇ ਕੋਲ ਤਾਂ ਕਿ ਉਹ ਇੱਕ ਕੰਪਲੀਟ ਪਲਾਂਟ ਫਾਰਮ ਕਰ ਸਕੇ। ਉਸ ਤੋਂ ਬਾਅਦ ਜਿਹੜੇ ਸਮੋਲ ਡਾਇਟਰ ਸੈੱਲ ਨੇ ਉਹ ਉਹਨਾਂ ਦੇ ਕੋਲ ਡੈਂਸ ਸਾਈਟੋਪਲਾਜ਼ਮ ਜਿਹੜਾ ਹੁੰਦਾ ਹੈ ਸਾਲਜਲ ਐਂਡ ਦੇ ਟਰਵਾਰਡਸ ਪਲੇਸਡ ਹੁੰਦਾ ਹੈ, ਉਹਨੂੰ ਟਰਮੀਨਲ ਸੈੱਲ, ਐਪੀਕਲ ਸੈੱਲ ਅਤੇ ਐम्बारियोनल ਸੈੱਲ ਕਿਹਾ ਜਾਂਦਾ। ਉਸ ਤੋਂ ਬਾਅਦ ਕੰਪੈਰੇਟਿਵਲੀ ਲਾਰਜ ਡਾਟਰ ਸੈੱਲਸ ਜਿਹੜੇ ਸਿਚੁਏਟਡ ਹੁੰਦੇ ਨੇ ਮਾਈਕਰੋਵੈਲਰ ਐਂਡ ਦੇ ਤਰਫ ਉਹਨੂੰ ਬੈਸਲ ਸੈੱਲਸ ਕਿਹਾ ਜਾਂਦਾ। ਜਿਹੜੇ ਬਾਸਲ ਸੈੱਲਸ ਨੇ ਉਹ ਡਿਵਾਈਡ ਕਰਦੇ ਨੇ ਉਹਨੂੰ ਤਾਂ ਸਸਪੈਂਸਰ ਸੈੱਲਸ ਕਿਹਾ ਜਾਂਦਾ। ਉਸ ਤੋਂ ਬਾਅਦ ਐम्बारियोजेनी ਇਨ ਜ਼ਾਈਗੋਟ।
In typically digote, the zygote elongates and divides by transverse wall into the unequal cells, and larger basals is the suspensor cell which has the larger center vacuole. ਇਹਦੇ ਵਿੱਚ ਕੀ ਕਹਿ ਰਿਹਾ ਕਿ ਜਿਹੜਾ ਟਾਈਪੀਕਲ ਜ਼ਾਈਗੋਟ ਆ ਉਹ ਡਿਵਾਈਡ ਕਰਦਾ ਆਪਦੇ ਆਪ ਨੂੰ ਟਰਾਂਸਫਰ ਵਾਲਸ ਤੇ ਦੈਨ ਉਹ ਤੋਂ ਬਾਅਦ ਅਨਈਕੁਅਲ ਸੈਲਸ ਦੇ ਵਿੱਚ। ਦੈਨ ਜਿਹੜੀਆਂ ਲਾਰਜਰ ਬਾਸਲ ਸੈਲਸ ਹੁੰਦੇ ਨੇ ਉਹ ਸਸਪੈਂਸਰ ਸੈਲਸ ਹੁੰਦੇ ਨੇ ਜਿਹੜੇ ਕਿ ਕੋਲ ਲਾਰਜ ਸੈਂਟਰਲ ਵਕਿਊਲ ਹੁੰਦਾ ਹੈ। ਉਸ ਤੋਂ ਬਾਅਦ ਜਿਹੜੇ ਸਮੋਲਰ ਡੈਂਸਰ ਟਰਮੀਨਲ ਸੈਲਸ ਹੁੰਦੇ ਨੇ ਉਹਨਾਂ ਦੇ ਕੋਲ ਇੱਕ ਐਂਟੀਪੋਡਲ ਐਂਡ ਹੁੰਦਾ ਹੈ ਜਿਹਨੂੰ ਕਿ ਐम्बारियो ਸੈੱਲ ਵੀ ਕਿਹਾ ਜਾਂਦਾ ਹੈ। ਦੈਨ ਉਸ ਤੋਂ ਨੈਕਸਟ ਹੈ ਆਪਣੇ ਕੋਲ ਆਪਾਂ ਇਸ ਦੇ ਬਾਰੇ ਸਾਰਾ ਕੁਛ ਐम्बारियो ਜੀਨੀ ਬਾਰੇ ਪੜ੍ਹਿਆ ਹੋਇਆ ਹੈ। ਸੋ ਜੋ ਆਪਣੇ ਕੋਲ ਸਸਪੈਂਸਰ ਸੈੱਲ ਨੇ ਉਹ ਡਿਵਾਈਡ ਹੁੰਦੇ ਨੇ ਥੋੜ੍ਹੇ ਜਿਹੇ ਬਾਰ ਤਾਂ ਕਿ ਉਹ 6 ਤੋਂ 10 ਸੈੱਲ ਵਾਲਾ ਇੱਕ ਸਸਪੈਂਸਰ ਸੈੱਲ ਜਾਂ ਫਿਲਾਮੈਂਟੀਅਸ ਸਸਪੈਂਸਰ ਸੈੱਲ ਆਪਾਂ ਨੂੰ ਦੇ ਸਕਣ। ਤਾਂ ਜਿਹੜੇ ਸਸਪੈਂਸਰ ਸੈੱਲ ਹੁੰਦੇ ਨੇ ਉਹ ਹੈਲਪ ਕਰਦੇ ਨੇ ਤਾਂ ਕਿ ਉਹ ਐम्बारियो ਨੂੰ ਜਿਹੜਾ ਐम्बारियो ਹੈ ਆਪਣੇ ਕੋਲ ਉਹਨੂੰ ਪੁਸ਼ ਕਰ ਸਕਣ ਸਸਪੈਂਸਰ ਦੀ ਤਰਫ। ਤਾਂ ਜਿਹੜੀ ਫਸਟ ਸੈੱਲ ਵਾਲ ਆ ਸਸਪੈਂਸਰ ਸੈੱਲ ਦੀ ਉਹ ਮਾਈਕਰੋਪੈਲਰ ਐਂਡ ਦੇ ਤਰਫ ਹੁੰਦੀ ਆ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਆਹ ਪੁਆਇੰਟ ਦਿੱਤੇ ਹੋਏ ਨੇ ਇਹ ਇੰਨੇ ਖਾਸ ਇੰਪੋਰਟੈਂਟ ਵੀ ਹੈ ਨਹੀਂ ਕਿ ਪੰਜਾਬ ਬੋਰਡ ਦੇ ਲਈ, ਤਾਂ ਇਹਨਾਂ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ। ਓਕੇ ਜੀ। ਦੈਨ ਆਪਣੇ ਕੋਲ ਡਾਇਗੋਟ ਐम्बारियो ਦਾ ਸਟਰਕਚਰ ਹੈ, ਇਹ ਵੀ ਕਾਫੀ ਇੰਪੋਰਟੈਂਟ ਹੈ। So, a typical digote has embryonal axis and two cotyledons. The parts of embryonal axis above the levels of cotyledon is known as epicotyle and it terminates in the stem tip known as plumule। ਉਸ ਤੋਂ ਬਾਅਦ ਇਹਦਾ ਸਟਰਕਚਰ ਦੇਖੋ, ਇਹਦਾ ਸਟਰਕਚਰ ਦੇਖ ਕੇ ਜਿੱਦਾਂ ਜਿੱਦਾਂ ਤੁਸੀਂ ਪੁਆਇੰਟਸ ਰੀਡ ਕਰੀ ਜਾਓਗੇ ਤੁਹਾਨੂੰ ਯਾਦ ਕਰਨ ਦੇ ਵਿੱਚ 1% ਕਨਫਿਊਜ਼ਨ ਨਹੀਂ ਹੋਣੀ। ਤੁਸੀਂ ਬਸ ਜਸਟ ਸਟਰਕਚਰ ਦੇਖੋ, ਉਹਦੇ ਪੁਆਇੰਟਸ ਦੇਖੋ ਕਿੱਥੇ ਕਿੱਥੇ ਮੈਂਸ਼ਨ ਕੀਤੇ ਹੋਏ ਆ, ਉਹਦਾ ਫੰਕਸ਼ਨ ਦੇਖੋ, ਤੁਹਾਨੂੰ ਖੁਦ ਬ ਖੁਦ ਯਾਦ ਹੋ ਜਾਏਗਾ। ਉਸ ਤੋਂ ਬਾਅਦ ਜਿਹੜਾ ਆਪਣਾ ਆਹ ਪਾਰਟ ਰਹਿ ਗਿਆ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ। ਤਦ ਤੱਕ ਤੁਸੀਂ ਆਹ ਲੈਕਚਰ ਦੇਖੋ, ਇਹਦੇ ਨੋਟਸ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਮਿਲ ਜਾਣਗੇ। ਤਾਂ stay tuned, subscribe to my channel and like this video, share with your friend and comment down if you have any problem. Thank you so much.